ब्रॉडवे ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਗਪ੍ਰੀਤ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ। ਸੋ ਅੱਜ ਦਾ ਵੀਡੀਓ ਖਾਸ ਤੌਰ ਤੇ ਬਹੁਤ ਜ਼ਿਆਦਾ ਇਨਫੋਰਮੇਟਿਵ ਹੈ ਸਟੂਡੈਂਟਸ ਦੇ ਲਈ, ਖਾਸ ਤੌਰ ਤੇ ਜਨਵਰੀ ਇਨਟੇਕ ਦੇ ਵਿੱਚ ਜਿਹੜੇ ਸਟੂਡੈਂਟ ਅਪਲਾਈ ਕਰ ਰਹੇ ਨੇ। ਪ੍ਰੋਗਰਾਮ ਸਿਲੈਕਸ਼ਨ ਨੂੰ ਲੈ ਕੇ ਬਹੁਤ ਸਾਰੀਆਂ ਦਿੱਕਤਾਂ ਰਹਿੰਦੀਆਂ ਨੇ। ਰੀਸੈਂਟਲੀ ਜੋ ਆਪਾਂ ਸੈਪਟੈਂਬਰ ਦੇ ਵਿੱਚ ਵੀ ਬਹੁਤ ਸਾਰੇ ਰਿਫਿਊਜ਼ਲ ਦੇਖ ਰਹੇ ਹਾਂ, ਇਹਦੇ ਵਿੱਚ ਪ੍ਰੋਗਰਾਮ ਦੀ ਸਿਲੈਕਸ਼ਨ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਔਰ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਸਟੂਡੈਂਟਸ ਇਸ ਚੀਜ਼ ਤੋਂ ਥੋੜਾ ਜਿਹਾ ਬਚਾਅ ਰੱਖਣ ਔਰ ਆਪਣੀ ਐਪਲੀਕੇਸ਼ਨ ਦੇ ਉੱਤੇ ਵੀਜ਼ਾ ਜਿਹੜਾ ਉਹ ਗੇਨ ਕਰ ਸਕਣ। ਸੋ ਪ੍ਰੋਗਰਾਮ ਸਿਲੈਕਸ਼ਨ ਬਹੁਤ ਇੰਪੋਰਟੈਂਟ ਪਾਰਟ ਰਹਿੰਦਾ ਹੈ ਕੈਨੇਡਾ ਦੇ ਵੀਜ਼ਾ ਐਪਲੀਕੇਸ਼ਨ ਪ੍ਰੋਸੈਸ ਦਾ। ਸੋ ਅੱਜ ਦਾ ਵੀਡੀਓ ਬਿਲਕੁਲ ਉਹਦੇ ਉੱਤੇ ਸਪੈਸੀਫਿਕ ਰਹੇਗਾ, ਸੋ ਇਹਨੂੰ ਐਂਡ ਤੱਕ ਜ਼ਰੂਰ ਦੇਖਣਾ ਔਰ ਨਾਲ ਦੀ ਨਾਲ ਆਪਣਾ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਨੈਟਵਰਕ 'ਚ ਸ਼ੇਅਰ ਕਰੋ। ਸੋ ਗੱਲ ਕਰਦੇ ਹਾਂ ਜੀ ਪ੍ਰੋਗਰਾਮ ਦੀ ਸਿਲੈਕਸ਼ਨ ਤੋਂ ਲੈ ਕੇ। ਸੋ ਕੁਝ 6 ਇੰਪੋਰਟੈਂਟ ਪੁਆਇੰਟਸ ਹੈ ਜਿਹੜੇ ਮੈਂ ਡਿਸਕਸ ਕਰਾਂਗਾ ਤੁਹਾਡੇ ਨਾਲ ਕਿ ਉਹ ਕਿਸ ਬਿਹਾਫ ਦੇ ਉੱਤੇ ਤੁਹਾਨੂੰ ਆਪਣਾ ਇੰਟੈਂਡਡ ਪ੍ਰੋਗਰਾਮ ਜਿਹੜਾ ਉਹ ਸਿਲੈਕਟ ਕਰਨਾ ਚਾਹੀਦਾ ਹੈ। ਸਭ ਤੋਂ ਇੰਪੋਰਟੈਂਟ ਹੈ ਜੀ ਰੈਲੇਵੈਂਟ ਪ੍ਰੋਗਰਾਮ। ਬਹੁਤ ਸਾਰਾ ਸਟੂਡੈਂਟ ਹੈ ਜਿਹੜਾ ਇੱਕ ਨੌਨ ਰੈਲੇਵੈਂਟ ਪ੍ਰੋਗਰਾਮ ਦੇ ਵਿੱਚ ਅਪਲਾਈ ਕਰਦਾ ਹੈ। ਖਾਸ ਤੌਰ ਦੇ ਵਿੱਚ ਇਸ ਕੈਟਾਗਰੀ 'ਚ ਆਉਂਦੇ ਨੇ ਜਿਨ੍ਹਾਂ ਸਟੂਡੈਂਟਸ ਨੇ ਆਰਟਸ ਕੀਤੀ ਹੁੰਦੀ ਹੈ ਔਰ ਉਹਦੇ 'ਚ ਵੀ ਸਬਜੈਕਟਸ ਜਿਹੜੇ ਨੇ ਹਿਸਟਰੀ ਐਂਡ ਪੋਲੀਟੀਕਲ ਸਾਇੰਸ ਹੈ। ਫਿਰ ਉਹਨਾਂ ਨੂੰ ਲੱਗਦਾ ਹੈ ਜੀ ਅਸੀਂ ਕੁਝ ਸਟੂਡੈਂਟ ਸ਼ੇਅਰ ਕਰਦੇ ਨੇ ਸਰ ਅਸੀਂ ਆਫਿਸ ਐਡਮਿਨਿਸਟ੍ਰੇਸ਼ਨ 'ਚ ਚਲੇ ਜਾਂਦੇ ਹਾਂ। ਹੁਣ ਆਫਿਸ ਐਡਮਿਨਿਸਟ੍ਰੇਸ਼ਨ ਦੇ ਕਈ ਪੈਰਾਮੀਟਰਸ ਅੱਗੋਂ ਸਪੈਸੀਫਾਈਡ ਹੈ। ਆਫਿਸ ਐਡਮਿਨਿਸਟ੍ਰੇਸ਼ਨ ਜਨਰਲ ਵੀ ਆਉਂਦਾ ਹੈ, ਆਫਿਸ ਐਡਮਿਨਿਸਟ੍ਰੇਸ਼ਨ ਵਿਦ ਹੈਲਥ ਸਰਵਿਸਿਜ਼ ਵੀ ਆਉਂਦਾ ਹੈ। ਸੋ ਜਿਹੜਾ ਆਫਿਸ ਐਡਮਿਨਿਸਟ੍ਰੇਸ਼ਨ ਵਿਦ ਹੈਲਥ ਸਰਵਿਸਿਜ਼ ਹੈ ਦਿਸ ਇਜ਼ ਐਪਰੋਪ੍ਰੀਏਟ ਫॉर ਮੈਡੀਕਲ ਸਟੂਡੈਂਟਸ ਨਾਟ ਫॉर ਦੀ ਆਰਟਸ ਸਟੂਡੈਂਟ। ਇਸ ਤੋਂ ਬਾਅਦ ਸਟੂਡੈਂਟ ਹੋਟਲ ਇੰਡਸਟਰੀ, ਹੋਟਲ ਮੈਨੇਜਮੈਂਟ, ਕੇਟਰਿੰਗ ਟੈਕਨੋਲੋਜੀ, ਟੂਰਿਜ਼ਮ, ਇਵੈਂਟ ਮੈਨੇਜਮੈਂਟ 'ਚ ਅਪਲਾਈ ਕਰਦੇ ਨੇ। ਸੋ ਇਹਦੇ ਵਿੱਚ ਤੁਸੀਂ ਆਪਣੀ SOP ਦੇ ਵਿੱਚ trade change and specifically why Canada is appropriate for this particular course, why not India, and how it is going to make you benefit in future when you come back to India. So ਇਹ important points ਹੈ trade change ਦੇ ਵਿੱਚ, ਖਾਸ ਤੌਰ ਤੇ ਜਿਹੜੇ ਸਟੂਡੈਂਟ ਇਹਨਾਂ ਪ੍ਰੋਗਰਾਮਸ ਦੇ ਵਿੱਚ ਜਾਂਦੇ। ਉਸ ਤੋਂ ਬਾਅਦ 100% ਰੈਲੇਵੈਂਟ ਪ੍ਰੋਗਰਾਮ ਦੇ ਵਿੱਚ ਹੀ ਅਪਲਾਈ ਕਰੋ ਕਿਉਂਕਿ ਕੈਨੇਡਾ ਦਾ ਵੀਜ਼ਾ ਜਿਹੜਾ this majorly applies or relies on relevant programs. Second important point ਹੈ relevant program ਹੋਣ ਦੇ ਨਾਲ ਨਾਲ upgraded program ਵੀ ਹੋਣਾ ਜ਼ਰੂਰੀ ਹੈ ਕਿਉਂਕਿ ਕਈ ਵਾਰ ਮੈਂ ਦੇਖਦਾ ਜਿਹੜੇ ਗ੍ਰੈਜੂਏਟ ਸਟੂਡੈਂਟਸ ਹੈ ਉਹ ਅੰਡਰ ਗ੍ਰੈਜੂਏਟ ਡਿਪਲੋਮਾ ਪ੍ਰੋਗਰਾਮਸ ਦੇ ਵਿੱਚ ਅਪਲਾਈ ਕਰਦੇ। ਨੋ ਡਾਊਟ ਪ੍ਰੋਗਰਾਮ ਦਾ ਸਟਰਕਚਰ, ਪ੍ਰੋਗਰਾਮ ਦੀ ਡਿਸਕ੍ਰਿਪਸ਼ਨ ਜਿਹੜੀ ਹੈ ਉਹ ਤੁਹਾਡੇ ਨੋਮਨਕਲੇਚਰ, ਤੁਹਾਡੇ ਪ੍ਰੀਵੀਅਸ ਅਕੈਡਮਿਕ ਦੇ ਨਾਲ ਮੈਚ ਕਰ ਰਹੀ ਹੁੰਦੀ ਹੈ, ਮੀਟ ਕਰ ਰਹੀ ਹੈ, ਬਟ ਉਹ ਅਪਗ੍ਰੇਡਡ ਨਹੀਂ ਹੈ। ਅਗਰ ਤੁਸੀਂ ਗ੍ਰੈਜੂਏਟ ਹੋ ਤਾਂ ਯੂ ਮਸਟ ਅਪਲਾਈ ਫॉर ਅ ਮਾਸਟਰਸ ਪ੍ਰੋਗਰਾਮ ਔਰ ਅ ਮਿਨੀਮਮ ਆਫ ਗ੍ਰੈਜੂਏਟ ਡਿਪਲੋਮਾ ਪ੍ਰੋਗਰਾਮ। ਇਸੇ ਤਰੀਕੇ ਨਾਲ ਅਪਗ੍ਰੇਡਡ ਪ੍ਰੋਗਰਾਮ ਜਿਵੇਂ +2 ਤੋਂ ਬਾਅਦ ਕਿਸੇ ਨੇ ਡਿਪਲੋਮਾ ਕੀਤਾ ਤਾਂ ਉਹਨੂੰ ਵੀ ਉਸ ਤੋਂ ਬਾਅਦ ਡਿਪਲੋਮਾ ਲੈਣ ਦੀ ਬਜਾਏ ਅਪਗ੍ਰੇਡਡ ਪ੍ਰੋਗਰਾਮ ਦੇ ਵਿੱਚ ਯਾਨੀ ਕਿ ਡਿਗਰੀ ਦੇ ਵਿੱਚ ਜਾਣਾ ਚਾਹੀਦਾ। ਸੋ ਦੈਟ ਤੁਸੀਂ ਕੋਈ ਨਾ ਕੋਈ ਇੰਪਰੂਵਮੈਂਟ ਆਪਣੀ ਅਕੈਡਮਿਕ ਪ੍ਰੋਫਾਈਲ ਦੇ ਵਿੱਚ डिस्क्राइब कर पाओ इन द SOP फॉर द वीज़ा ऑफिसर। सो यह बहुत इंपॉर्टेंट है। थर्ड इंपॉर्टेंट है जी कोर मॉड्यूल्स। सो प्रोग्राम रैलेवेंट ले लिया, अपग्रेडेड भी ले लिया। हुण थर्ड इंपॉर्टेंट पॉइंट रहिंदा है कि जिहड़े मेजर सबजैक्ट है तुहाडे, सो कल्ला नोमनक्लेचर नूं मीट नहीं करो। उस तो बाद फॉर एग्जाम्पल कोई भी स्टूडेंट है अगर उन्हें फिजिक्स, कैमिस्ट्री एंड बायोलॉजी पढ़ी है तो वो हुण प्रोग्राम अगे वो लै रहा जिहदे विच मेजरली कैमिस्ट्री इनवॉल्वड है या मेजरली बायो इनवॉल्वड है। सो जिहड़ा भी सबजैक्ट मेजरली उहदे विच ज़्यादा इनवॉल्वड हैगा, अगर उहदे विच तुहाडे मार्क्स घट ने तो डोंट गो फॉर दैट पर्टिकुलर प्रोग्राम। ਇਹਦੇ ਵਿੱਚ ਸਭ ਤੋਂ ਜ਼ਿਆਦਾ ਕਨਫਿਊਜ਼ਨ ਸਟੂਡੈਂਟ ਫੇਸ ਕਰਦੇ ਨੇ ਜਿਹੜੇ ਕਿ ਕਮਰਸ ਬੈਕਗ੍ਰਾਉਂਡ ਦੇ ਹੁੰਦੇ ਆ। ਕਮਰਸ ਬੈਕਗ੍ਰਾਉਂਡ ਵਾਲਾ ਸਟੂਡੈਂਟ ਹੈ, ਅਕਾਊਂਟਸ ਦੇ ਵਿੱਚ ਨੰਬਰ ਘੱਟ ਹੈ, ਪ੍ਰੋਗਰਾਮ ਲੈ ਰਿਹਾ ਜੀ ਫਾਈਨੈਂਸ਼ੀਅਲ ਅਕਾਊਂਟਿੰਗ। ਨੋ ਡਾਊਟ ਉਹ ਬਿਜ਼ਨਸ ਰਿਲੇਟਡ ਪ੍ਰੋਗਰਾਮ ਹੈ ਬਟ ਤੁਹਾਡੇ ਅਕਾਊਂਟਿੰਗ ਦੇ ਵਿੱਚ ਸਿਰਫ 45% ਮਾਰਕਸ ਨੇ, 50% ਮਾਰਕਸ ਨੇ ਤਾਂ ਤੁਸੀਂ ਉਸ ਪ੍ਰੋਗਰਾਮ 'ਚ ਜਾ ਰਹੇ ਹੋ ਤਾਂ ਯੂ ਵਿਲ ਨਾਟ ਬੀ ਏਬਲ ਟੂ ਗੈਟ ਵੀਜ਼ਾ। ਉੱਥੇ ਫਿਰ ਚਾਹੇ ਆਇਲ ਸਕੋਰ ਤੁਹਾਡਾ 6.5 ਨਾਟ ਲੈਸ ਦੈਨ 6 ਹੀ ਕਿਉਂ ਨਾ ਹੋਵੇ, 6 ਈਚ ਹੀ ਕਿਉਂ ਨਾ ਹੋਵੇ। ਸੋ ਇਹ ਪ੍ਰੋਬਲਮ ਜਿਹੜੀ ਹੈ ਤੁਸੀਂ ਫੇਸ ਕਰ ਸਕਦੇ ਹੋ। ਸਿਮਿਲਰਲੀ ਨਾਨ ਮੈਡੀਕਲ ਸਟੂਡੈਂਟਸ, ਬਹੁਤ ਸਾਰਾ ਸਟੂਡੈਂਟ ਹੈ ਜਿਨ੍ਹਾਂ ਦਾ ਮੈਥਮੈਟਿਕਸ ਵੀਕ ਹੁੰਦਾ ਹੈ ਐਂਡ ਪ੍ਰੋਗਰਾਮ ਤੁਸੀਂ ਉਹ ਸਿਲੈਕਟ ਕਰ ਰਹੇ ਹੋ ਜਿਹਦੀ ਕ੍ਰੈਡੀਬਿਲਿਟੀ ਮੈਥਮੈਟਿਕਸ ਦੇ ਉੱਤੇ ਰਿਲਾਈ ਕਰਦੀ ਹੈ ਜਾਂ ਉਹਦੇ ਮੈਥਮੈਟਿਕਸ ਦੇ ਸਕੋਰ ਹਾਈ ਚਾਹੀਦੇ ਹੁੰਦੇ। ਸੋ ਜਦੋਂ ਵੀ ਤੁਸੀਂ ਇੱਕ ਰੈਲੇਵੈਂਟ ਪ੍ਰੋਗਰਾਮ, ਅਪਗ੍ਰੇਡਡ ਪ੍ਰੋਗਰਾਮ ਸਿਲੈਕਟ ਕਰਦੇ ਹੋ ਤਾਂ ਆਪਣੇ ਪ੍ਰੀਵੀਅਸ ਸਟੱਡੀਜ਼ ਦੇ ਕੋਰ ਮੋਡਿਊਲਸ ਦੇ ਅਕੋਰਡਿੰਗਲੀ, ਅਕੈਡਮਿਕ ਕ੍ਰੈਡੀਬਿਲਿਟੀ ਦੇ ਅਕੋਰਡਿੰਗਲੀ ਉਹਨਾਂ ਨੂੰ ਜ਼ਰੂਰ ਕ੍ਰਾਸ ਚੈੱਕ ਕਰੋ। ਦੈਨ ਗੱਲ ਆਉਂਦੀ ਹੈ ਜੀ फोर्थ इंपॉर्टेंट पॉइंट होता है आयल्स PT दियां रिक्वायरमेंट्स ਨੂੰ ਲੈ ਕੇ। ਸੋ ਇੱਥੇ ਸਟੂਡੈਂਟ ਕਈ ਵਾਰ PT ਵਾਲਾ ਬਹੁਤ ਜ਼ਿਆਦਾ ਕਨਫਿਊਜ਼ਡ ਹੁੰਦਾ ਹੈ। ਆਇਲਸ ਵਾਲੇ ਸਟੂਡੈਂਟ ਕਿੱਥੇ ਗਲਤੀ ਕਰਦੇ ਨੇ, 6 ਓਵਰਆਲ ਨਾਟ ਲੈਸ ਦੈਨ 5.5 ਦੀ ਰਿਕੁਆਇਰਮੈਂਟ ਹੈਗੀ ਹੈ ਬਟ ਕਈ ਵਾਰੀ ਪ੍ਰੋਗਰਾਮ ਦੀਆਂ ਸਪੈਸੀਫਿਕੇਸ਼ਨ ਨੂੰ ਸਟੂਡੈਂਟ ਚੈੱਕ ਨਹੀਂ ਕਰਦੇ, ਏਜੰਟ ਚੈੱਕ ਨਹੀਂ ਕਰਦੇ ਤਾਂ ਉੱਥੇ ਕਈ ਵਾਰ ਹੁੰਦਾ ਹੈ ਕਿ ਰੀਡਿੰਗ ਔਰ ਰਾਈਟਿੰਗ ਦੇ ਵਿੱਚ ਤੁਹਾਡੇ 6 ਹੋਣੇ ਚਾਹੀਦੇ, ਇਸ ਤੋਂ ਇਲਾਵਾ ਤੁਹਾਡੇ ਕਿਸੇ ਹੋਰ ਮੋਡਿਊਲ 'ਚ ਅਗਰ 5.5 ਹੈਗੇ ਆ ਤਾਂ ਦੈਨ ਇਟ ਇਜ਼ ਓਕੇ। ਸੋ ਇਸ ਚੀਜ਼ ਨੂੰ ਵੀ ਕ੍ਰਾਸ ਚੈੱਕ ਕਰਨਾ ਬਹੁਤ ਜ਼ਰੂਰੀ ਹੈ ਔਰ ਨਾਲ ਦੀ ਨਾਲ PTE
PT ਸਟੂਡੈਂਟ ਕਿਸੇ ਦਾ 54 ਓਵਰਆਲ ਨਾਟ ਲੈਸ ਦੈਨ 52 ਹੈ ਤੇ ਉਹਨੂੰ ਇਹ ਲੱਗਦਾ ਮੇਰਾ 6 ਈਚ ਹੈ, ਬਟ ਜਦੋਂ ਤੁਸੀਂ ਪ੍ਰੋਗਰਾਮ ਸਿਲੈਕਟ ਕਰਦੇ ਹੋ ਤਾਂ PTE ਦੀਆਂ ਰਿਕੁਆਇਰਮੈਂਟ ਸਪੈਸੀਫਿਕਲੀ ਪ੍ਰੋਵਾਈਡਡ ਹੁੰਦੀਆਂ ਨੇ। ਫੋਰ ਐਗਜ਼ਾਮਪਲ ਕਿਸੇ ਐਪਲੀਕੈਂਟ ਦੇ ਵਿੱਚ ਪ੍ਰੋਗਰਾਮ ਨੂੰ ਲੈ ਕੇ ਰਿਕੁਆਇਰਮੈਂਟ 56 ਓਵਰਆਲ ਨਾਟ ਲੈਸ ਦੈਨ 53 ਹੈ, 58 ਓਵਰਆਲ ਹੈ। ਸੋ IELTS ਔਰ PTE ਦੇ ਵਿੱਚ ਕਨਫਿਊਜ਼ ਨਾ ਹੋਵੋ। ਇਹੀ ਇੱਕ ਰੀਜ਼ਨ ਹੈ ਕਿ ਸਟੂਡੈਂਟ ਨੂੰ ਲੱਗਦਾ ਹੈ ਕਿ PTE ਦੇ ਉੱਤੇ ਵੀਜ਼ਾ ਨਹੀਂ ਆਉਂਦਾ, ਕਿਉਂਕਿ PTE ਦਾ ਰਿਕੁਆਇਰਡ ਡਿਜ਼ਾਇਰਡ ਸਕੋਰ ਜਿਹੜਾ ਹੈ ਉਹ ਸਟੂਡੈਂਟ ਚੈੱਕ ਹੀ ਨਹੀਂ ਕਰਦੇ ਆਪਣੇ ਪ੍ਰਪੋਜ਼ਡ ਪ੍ਰੋਗਰਾਮ ਦੇ ਅਕੋਰਡਿੰਗਲੀ। ਸੋ ਇਹ ਬਹੁਤ ਇੱਕ ਇੰਪੋਰਟੈਂਟ ਸਿਲੈਕਸ਼ਨ ਪੈਰਾਮੀਟਰ ਰਹਿੰਦਾ ਤੁਹਾਡੇ ਪ੍ਰੋਗਰਾਮ ਦੇ ਸਿਲੈਕਸ਼ਨ ਦੇ ਵਿੱਚ। ਦੈਨ ਗੱਲ ਕਰੀਏ ਜੀ ਐਕਸਪੀਰੀਅੰਸ ਬੇਸਡ ਪ੍ਰੋਗਰਾਮ, ਇਹ ਬਹੁਤ ਜ਼ਿਆਦਾ ਇੱਕ ਇੰਪੋਰਟੈਂਟ ਔਰ ਕ੍ਰੂਸ਼ੀਅਲ ਪੁਆਇੰਟ ਰਹਿੰਦਾ ਹੈ। ਕੁਝ ਸਟੂਡੈਂਟ ਹੁੰਦੇ ਨੇ ਜਿਨ੍ਹਾਂ ਦਾ 4 ਸਾਲ 5 ਸਾਲ 6 ਸਾਲ ਦਾ ਗੈਪ ਹੁੰਦਾ ਹੈ, ਉਸ ਤੋਂ ਬਾਅਦ ਉਹ ਇੱਕ ਪ੍ਰੋਫੈਸ਼ਨਲ ਜੌਬ ਦੇ ਵਿੱਚ ਕੰਮ ਕਰ ਰਹੇ ਹੁੰਦੇ ਨੇ, ਬਟ ਉਹ ਜੌਬ ਦੇ ਵਿੱਚ ਟੈਕਨੀਕਲ ਬੈਕਗਰਾਊਂਡ ਤੋਂ ਸਟਾਰਟ ਹੋ ਕੇ ਉਹਨਾਂ ਦੀ ਪ੍ਰਮੋਸ਼ਨ ਹੋ ਕੇ ਡਿਵੈਲਪਮੈਂਟ ਹੋ ਕੇ ਉਹਨਾਂ ਦੇ ਕੋਲ ਇੱਕ ਟ੍ਰੇਡ ਦਾ ਡਿਫਰੈਂਸ ਐਕਸਪੀਰੀਅੰਸ ਆਉਂਦਾ ਹੈ। ਸੋ ਬੇਸਡ ਔਨ ਕੁਝ ਪ੍ਰੋਗਰਾਮਸ ਇੱਦਾਂ ਦੇ ਵੀ ਕੈਨੇਡਾ 'ਚ ਮਿਲਦੇ ਨੇ ਜਿਹੜੇ ਕਿ ਤੁਸੀਂ ਐਕਸਪੀਰੀਅੰਸ ਬੇਸਡ ਦੇ ਉੱਤੇ ਵੀ ਲੈ ਸਕਦੇ ਹੋ। ਸੋ ਖਾਸ ਤੌਰ ਤੇ ਜਿਨ੍ਹਾਂ ਸਟੂਡੈਂਟਸ ਦਾ ਗੈਪ ਜ਼ਿਆਦਾ ਹੋ ਚੁੱਕਾ ਹੁੰਦਾ ਹੈ, ਇੱਕ ਅੱਛੀ ਜੌਬ ਕਰ ਰਹੇ ਹੁੰਦੇ ਨੇ, ਉਹ ਇਸ ਪੁਆਇੰਟ ਨੂੰ ਧਿਆਨ ਨਾਲ ਸਮਝ ਕੇ ਡਿਪੈਂਡਿੰਗ ਅਪੋਨ your job responsibilities and your job role in your last profession ਇਹਦੇ ਬਿਹਾਫ ਤੇ ਵੀ ਤੁਸੀਂ ਪ੍ਰੋਗਰਾਮ ਜਿਹੜੇ ਨੇ ਉਹ ਸਿਲੈਕਟ ਕਰ ਸਕਦੇ ਹੋ। ਉਹਦੇ ਪਿੱਛੇ ਡਿਟੇਲ ਦੇ ਵਿੱਚ ਜਾਣ ਦੇ ਲਈ ਕੋਈ ਟੈਕਨੀਕਲ ਪ੍ਰੋਗਰਾਮਸ ਤੋਂ ਬਾਅਦ ਤੁਹਾਡਾ ਟ੍ਰੇਡ ਚੇਂਜ ਹੋ ਰਿਹਾ ਹੈ ਜਾਂ ਤੁਹਾਡੇ ਮੈਨੇਜਰਲ ਰੋਲਸ ਆ ਰਹੇ ਨੇ, ਤਾਂ ਉਸ ਤੋਂ ਬਾਅਦ ਦੀ ਪ੍ਰੋਗਰਾਮ ਸਿਲੈਕਸ਼ਨ ਬਹੁਤ ਇੰਪੋਰਟੈਂਟ ਔਰ ਕ੍ਰੂਸ਼ੀਅਲ ਰਹਿੰਦੀ ਹੈ। ਐਂਡ ਲਾਸਟ ਇੱਕ ਇੰਪੋਰਟੈਂਟ ਪੁਆਇੰਟ ਰਹਿੰਦਾ ਹੈ ਡਿਫਿਕਲਟੀ, ਕਿਉਂਕਿ ਤੁਸੀਂ ਓਵਰਸੀਜ਼ ਪੜ੍ਹਨ ਜਾ ਰਹੇ ਹੋ, ਸੋ ਆਪਣੀ ਕ੍ਰੈਡੀਬਿਲਿਟੀ ਨੂੰ ਲੈ ਕੇ ਪ੍ਰੋਗਰਾਮ ਦੀ ਸਿਲੈਕਸ਼ਨ ਕਰੋ। ਕਈ ਵਾਰ ਸਟੂਡੈਂਟਸ ਕੀ ਕਰਦੇ ਨੇ, ਬਹੁਤ ਹਾਈ ਡਿਫਿਕਲਟੀ ਪ੍ਰੋਗਰਾਮਸ ਲੈ ਲੈਂਦੇ, ਉਹਨਾਂ ਨੂੰ ਉੱਥੇ ਜਾ ਕੇ ਪੜ੍ਹਨ ਦੇ ਵਿੱਚ ਫਿਰ ਪ੍ਰੋਬਲਮ ਆਉਂਦੀ ਹੈ, ਤੁਹਾਡੇ ਕ੍ਰੈਡਿਟਸ ਪੂਰੇ ਕੰਪਲੀਟ ਨਹੀਂ ਹੋ ਪਾਉਂਦੇ, ਜਿਹੜਾ ਤੁਹਾਡਾ ਲਾਸਟ ਟਾਰਗੇਟ ਹੁੰਦਾ ਉੱਥੇ PR ਲੈਣ ਦਾ, ਇੱਕ ਵਧੀਆ ਕਰੀਅਰ ਸੈਟਅਪ ਕਰਨ ਦਾ, ਉੱਥੇ ਫਿਰ ਸਟੂਡੈਂਟ ਮਿਸ ਕਰਦੇ ਨੇ, ਉੱਥੇ ਉਹਨਾਂ ਨੂੰ ਹਰਾਸਮੈਂਟ ਫੀਲ ਹੁੰਦੀ ਹੈ। ਸੋ ਡਿਫਿਕਲਟੀ ਲੈਵਲ ਨੂੰ ਵੀ ਆਪਣੀ ਅਕੈਡਮਿਕ ਕ੍ਰੈਡੀਬਿਲਿਟੀ ਦੇ ਅਕੋਰਡਿੰਗਲੀ ਸਮਝ ਕੇ ਹੀ ਚੱਲੋ। ਸੋ ਇਹ ਬਹੁਤ ਇੰਪੋਰਟੈਂਟ ਪੁਆਇੰਟਸ ਹੈ ਜੀ, ਕੁਝ ਕੋਸ਼ਿਸ਼ ਕੀਤੀ ਹੈ ਜਿਹਦੇ ਉੱਤੇ ਤੁਸੀਂ ਪ੍ਰੋਗਰਾਮ ਸਿਲੈਕਸ਼ਨ ਕਰ ਸਕਦੇ ਹੋ, ਔਰ ਖਾਸ ਤੌਰ ਤੇ ਜਿਹੜੇ ਹੁਣ ਸਟੂਡੈਂਟ ਜਨਵਰੀ 'ਚ ਅਪਲਾਈ ਕਰ ਰਹੇ। ਸੋ ਕਿਸੇ ਵੀ ਸਟੂਡੈਂਟ ਦਾ ਕੋਈ ਡਾਊਟ ਹੈ, ਕਨਫਿਊਜ਼ਨ ਹੈ, ਜਨਵਰੀ ਇਨਟੇਕ ਦੀਆਂ ਐਪਲੀਕੇਸ਼ਨਸ ਬਿਲਕੁਲ ਸਟਾਰਟ ਹੋ ਚੁੱਕੀਆਂ ਨੇ, ਔਰ ਬਹੁਤ ਇੱਕ ਐਪਰੋਪ੍ਰੀਏਟ ਟਾਈਮ ਹੈ ਆਪਣੀਆਂ ਐਪਲੀਕੇਸ਼ਨਸ ਨੂੰ ਸਟਾਰਟ ਕਰਨ ਦੀ। ਸੋ ਤੁਸੀਂ ਬ੍ਰੌਡਵੇ ਦੀ ਟੀਮ ਦੇ ਨਾਲ ਕਨੈਕਟ ਹੋ ਕੇ ਆਪਣੀਆਂ ਜਨਵਰੀ ਦੀਆਂ ਐਪਲੀਕੇਸ਼ਨਸ ਨੂੰ ਪ੍ਰੋਸੀਡ ਕਰ ਸਕਦੇ ਹੋ। ਅੱਜ ਦੇ ਇਸ ਵੀਡੀਓ ਨੂੰ ਕਨਕਲੂਡ ਕਰਦੇ ਹਾਂ। ਥੈਂਕ ਯੂ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।